ہاں جی ہوں کی صورت حال ہے پیشاب دی؟ پیشاب ਤਾਂ ਜਿਹੜਾ ਅੱਗੇ ਰੁਕ ਜਾਂਦਾ ਜੀ ਹੁਣ ਕਦੇ ਕਦੇ ਜਿਹੜੇ ਬੰਦਾ ਜਾਂਦਾ ਨਾ ਆਪਣੇ ਸਜਦੇ ਤੇ ਜੀ ਉਸੇ ਵੇਲੇ ਵੀ ਪਿਸ਼ਾਬ ਨਿਕਲਦਾ ਠੀਕ ਹੈ ਤਕਲੀਫ ਹੀ ਹੁੰਦੀ ਜਿਸ ਤਰ੍ਹਾਂ ਕਿ ਸਮਝਦੇ ਆ। ਬਾਕੀ ਜਿਹੜੇ ਉਹ ਅੱਗੇ ਆ ਹੱਥ ਪੈਰ ਤੇ ਸੁੰਨ ਹੁੰਦੇ ਆ ਜੀ ਇੱਥੋਂ ਵੀ ਬੜੀ ਕਦੇ ਇੱਥੋਂ ਨਿਕਲਣ ਲੱਗ ਗਈ ਉਹ ਘਟ ਗਈ ਹੈ, ਹੁੰਦੀ ਤਾਂ ਹੈ ਜੀ ਮਗਰ ਘੱਟ ਹੈ। ਘੱਟ ਹੁਣ ਤੁਸੀਂ ਕਿੰਨੇ ਫੀਸਦ ਸਮਝਦੇ ਤੁਹਾਨੂੰ ਇਸ ਦਵਾਈ ਨਾਲ ਫਰਕ ਪਿਆ? ਕਿੰਨੇ ਪਰਸੈਂਟ? 10%, 20%, 50%, 100%? ਕਿੰਨਾ ਫਰਕ ਹੈ? ਹੱਦ ਪੈ ਗਈ ਆ ਯਾਰ। ਹਾਂ ਹੁਣ ਤਾਂ ਰਹਿਤ ਗਈ ਹੈ ਨਾ ਦੀ ਮਤਲਬ ਰਾਤੀ ਸੁੱਤਾ ਪਿਆ ਵਾਂ ਤੇ ਇੱਥੋਂ ਨਿਕਲ ਸੀ ਵੀ ਸਹੀ ਹੈ। ਮਤਲਬ ਜਿਹੜੀਆਂ ਅਗਲੀਆਂ ਬਿਮਾਰੀਆਂ ਨੂੰ ਉਹਨਾਂ 'ਚੋਂ ਬੜਾ ਫਰਕ ਪੈ ਗਿਆ। ਬੜਾ ਫਰਕ ਪਿਆ? ਬੜਾ ਫਰਕ। ਅੱਛਾ ਜਿਹੜਾ ਤੁਸੀਂ ਬਾਵਲਪੁਰ ਦਵਾਈ ਲੈ ਕੇ ਆਏ ਸੀ ਉਹਦੇ ਨਾਲੋਂ ਜ਼ਿਆਦਾ ਫਰਕ ਪਿਆ ਜਾਂ ਉਨਾ ਪਿਆ? ਉਹ ਤਾਂ ਨਸ਼ਾ ਅੱਛਾ ਉਹ ਦਵਾਈ ਕੋ ਸਹੀ ਹੈ। ਬਸ ਉਹ ਲਈ ਰੱਖੀ। ਇਹ ਤਾਂ ਮੈਂ ਤਾਂ ਵਿੱਚ ਗੋਲੀ ਨਹੀਂ ਲਈ। ਸਹੀ ਉਹ ਬੁਖਾਰ ਹੋ ਜਾ ਇੱਕ ਕੰਮ ਹੈ ਮੇਰੇ ਨਾਲ ਜੀ ਤੇ ਮਸੀਤ ਹੁੰਦੀ 4-5 ਕਿਲੋ ਸਹੀ ਜੇ ਜਾਣਾ ਤਾਂ ਬੜੀ ਤਕਲੀਫ ਹੁੰਦੀ ਦਰਦ ਬੜੀ ਢੂਈ ਹੈ ਕਮਰ 'ਚ ਦਰਦ ਹੁੰਦਾ? ਕਮਾਰੇ 'ਚ ਵੀ ਹੁੰਦਾ ਤੇ ਲੱਤਾਂ ਜਿਹੜੀਆਂ ਕਿਸੇ ਕਿਸੇ ਨਾਲ ਲੜ ਖੜਾਉਣ ਲੱਗ ਗਿਆ। ਸਹੀ ਹੈ। ਯਾਨੀ ਤੁਸੀਂ ਸਮਝਦੇ ਹੋ ਨਾ ਦੀ ਤਕਲੀਫ ਰਹਿ ਗਈ ਹੈ ਬਾਕੀ ਸਾਰੀ ਠੀਕ ਹੋ ਗਈ ਹੈ? ਠੀਕ ਹੋ ਗਈ। ਸਹੀ। ਕਿੰਨਾ ਟਾਈਮ ਹੋ ਗਿਆ ਦਵਾਈ ਖਾਦੇ ਨੂੰ? ਦਵਾਈ ਤਾਂ ਵੇਖ ਮੈਂ ਨਾਲ ਲੈਂਦੀ ਸੀ 9-9-1 ਮਹੀਨਾ ਹੋ ਗਿਆ? ਹਾਂ 15 ਕਤਰੇ ਤੁਸੀਂ ਦੱਸ। ਸਹੀ ਹੈ। ਇਹ ਮਹੀਨਾ ਲੱਗਾ। ਮਹੀਨਾ ਯਾਨੀ ਲੰਘ ਗਿਆ। ਮਹੀਨੇ ਤੁਸੀਂ ਵੇਖਿਆ ਵੀ ਕਾਫੀ ਫਰਕ ਪੈ ਗਿਆ? ਹਾਂ ਫਰਕ ਬਹੁਤ ਪੈ ਗਿਆ ਹੈ? ਬਈ ਦਰਦ ਪੈ ਗਈ ਹੈ ਤਕਰੀਬਨ। ਸਹੀ। ਇਹ ਹੁਣ ਮਸਜਿਦ ਜਾਂਦੇ ਨੇ ਤਕਲੀਫ ਹੁੰਦੀ ਪਈ ਉਹ ਤੋਂ ਕਮਜ਼ੋਰੀ ਲੱਤਾਂ ਦਰਦ ਕਰਨ ਲੱਗ ਗਈ ਉਮਰ ਦੇ ਹਿਸਾਬ ਨਾਲ? ਹਾਂਜੀ। ਸਹੀ। ਬਾਕੀ ਉਹ ਜਿਵੇਂ ਫਸਣੀ ਹੁੰਦੀ ਹੈ ਜਾਂ ਹੱਥ ਪੈਰ ਸੁੰਨ ਹੋਣੇ ਵਾਲਾ ਬੜਾ ਫਰਕ ਹੈ। ਪਿਸ਼ਾਬ ਰੁਕ ਜਾਂਦਾ ਹੈ, ਗਦੂਦ ਵਧਾ ਹੋਇਆ ਆ, ਉਹ ਸਾਰਾ ਠੀਕ ਹੈ? ਉਹ ਪਿਸ਼ਾਬ ਤਾਂ ਮੇਰਾ ਬੰਦ ਹੀ ਨਹੀਂ ਹੋਇਆ। ਅੱਗੇ ਹੁੰਦਾ ਕਿ ਵਿੱਚ ਕਤਰੇ ਰਹਿ ਜਾਂਦੇ ਆ। ਹੁਣ ਇਹ ਹੁੰਦਾ ਜੇ ਸਜਦੇ ਜਾਣਾ ਉਸੇ ਰੂਹ ਸਜੂਦ ਜਾਣ ਲੱਗਾ। ਸਹੀ ਹੈ। ਜਿਵੇਂ ਨਿਕਲਦੇ ਸਹੀ ਹੈ। ਇਸ ਤਰ੍ਹਾਂ ਹੋਰ ਨਿਕਲਦੇ ਨਹੀਂ ਕੰਟਰੋਲ ਹੈ ਜੀ ਸਾਹਿਬ। ਸਹੀ ਹੈ। ਨਿਕਲਦੇ ਨਹੀਂ ਕੰਟਰੋਲ 'ਚ ਸਾਰਾ ਕੁਝ ਠੀਕ ਹੈ। ਬਿਲਕੁਲ ਮਰੀਜ਼ ਠੀਕ ਹੋਏਗਾ ਤੇ ਕੰਮ ਬਣ। ਅੱਛਾ ਅੱਖਾਂ ਦਾ ਤੁਸੀਂ ਆਪਰੇਸ਼ਨ ਕਰਵਾਉਣ ਨੂੰ ਫਿਰਦੇ ਸੀ? ਹਾਂ ਹੁਣ ਇਸੇ ਦੇ ਨਾਲ ਅੱਗੇ ਨਾ ਅੱਗੇ ਦਰਦ ਹੁੰਦਾ। ਸਹੀ ਹੈ। ਹੁਣ ਦਰਦ ਕੋਈ ਨਹੀਂ ਧੁੰਦਲਾ ਤਾਂ ਹੈ ਮਾੜਾ ਮੋਟਾ। ਅੱਗੇ ਜਿੰਨਾ ਧੁੰਦਲਾ ਹੈ ਥੋੜਾ ਧੁੰਦਲਾ ਹੈ? ਅੱਧੋ ਅੱਧ ਅੱਖਾਂ ਨੂੰ ਵੀ ਫਰਕ ਪੈ ਗਿਆ। ਸਹੀ ਹੈ। ਅੱਗੇ ਨਾ ਇੱਕ ਚੰਨ ਤੇ ਦੋ ਚੰਨ ਨਹੀਂ ਗਏ। ਸਹੀ ਹੈ। ਹੁਣ ਇੱਕੋ ਨਹੀਂ। ਹੁਣ ਇੱਕ ਨਜ਼ਰ ਆਉਂਦਾ। ਸਹੀ ਯਾਨੀ ਅੱਗੇ ਦੋ ਚਿਹਰੇ ਨਜ਼ਰ ਆਉਂਦੇ ਹੁਣ ਇੱਕ ਨਜ਼ਰ ਆਉਂਦਾ ਤੇ ਅੱਗੇ ਨਾਲ ਧੁੰਦ ਨਜ਼ਰ ਸਾਫ਼ ਵੀ ਹੋ ਗਈ ਹੈ? ਹਾਂ ਅੱਗੇ ਨਾਲ ਸਾਫ਼ ਵੀ ਹੋ ਗਈ। ਸਹੀ ਹੈ। ਅੱਖਾਂ ਜਿਹੜਾ ਦਰਦ ਹੁੰਦਾ ਸੀ ਉਹ ਵੀ ਬਿਹਤਰ ਹੋ? ਕੋਈ ਨਹੀਂ ਠੀਕ ਠੀਕ। बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। मैं हूं डॉक्टर मोहम्मद अख्तर। फास्ट हील होम्योपैथिक क्लिनिक, अख्तर क्लासिकल होम्योपैथिक केयर सेंटर एंड क्लासिकल होम्योपैथिक केयर सेंटर की जानिब से मैं आपके साथ मुखातब हूं। आज जो मैंने आपके साथ एक केस शेयर किया है, ये केस एक बाबा जी का है जिसको प्रोस्टेट ग्लैंड का प्रॉब्लम था, जिसके मसाना में एक पथरी थी और जिसको नज़र का मसला था, जिसको चलने फिरने में पट्ठों में बहुत ज़्यादा दिक्कत थी। और इन्होंने अपना बहावलपुर से भी ट्रीटमेंट कराया। बहावलपुर जो विक्टोरिया हॉस्पिटल है वहाँ पे चेक करवाया, कई डॉक्टरों को चेक करवाया। उसके बाद जब मेरे पास आए तो मैंने इन्हें कहा कि आपको 1 माह या 2 माह तक तो पहले कोई ख़ास रिस्पॉन्स नहीं आएगा, लेकिन फिर आहिस्ता आहिस्ता बेहतर होगा क्योंकि आपका क्रेज़ पुराना है और पचीदा है। लेकिन अल्लाह जल्ला जलालू ने अपनी कुदरत से 1 माह के अंदर ही उसके पेशाब का मसला हल कर दिया, प्रोस्टेट का मसला हल कर दिया, पथरी उसकी निकल गई। उसके साथ उसकी नज़र जो है वो भी बेहतर हो गई। उसको जो धुंधला नज़र आता था, वो आंखें बनवाने वाला था, वो भी केस उसका मसला हल अल्लाह जल्ला जलालू ने अपनी कुदरत से कर दिया। उसके साथ साथ उसके जो दर्दें थीं, थकावट थी, बेचैनी थी, पेशाब में मसले मसाइल थे, सारे अल्लाह जल्ला जलालू ने होम्योपैथिक दवा के ज़रिए अपनी कुदरत से किया। मैं कुछ नहीं हूँ, मेरी ज़ात कुछ नहीं है, मैं कुछ नहीं कर सकता। ये तो सिर्फ़ अल्लाह का इनाम है, करम है, फ़ज़ल है, उसकी रहमत है कि उसने सब कुछ अपनी कुदरत से किया।
اور اس بابا جی کو ہومیوپیتھک دوا کے ذریعے شفا دی۔ اس طرح سے بہت سے مسائل ہیں جو اللہ جل جلالہ ہومیوپیتھک دوا کے ذریعے حل کر دیتے ہیں۔ اس کے اندر پرماننٹ مستقل طور پر دائمی طور پر جو ہے وہ مریض ٹھیک ہو جاتے ہیں۔ تو ایسے لوگ جن کو پیشاب کا عارضہ ہو، شوگر کی وجہ سے پیشاب کا مسئلہ ہو، پراسٹیٹ کی وجہ سے پیشاب کا مسئلہ ہو، مثانے کی وجہ سے پیشاب کا مسئلہ ہو، یا نظر کا کوئی مسئلہ ہو، یا جوڑوں میں درد ہو، یورک ایسڈ وغیرہ ہو، اس طرح کی کئی بھی مسائل ہیں وہ ہم سے رابطہ کر سکتے ہیں۔ انشاءاللہ اللہ جل جلالہ اپنی قدرت سے ان کو ضرور شفا دیں گے۔ تو آپ کے ساتھ ویڈیو شیئر کرنے کا مقصد یہ ہے کہ لوگ دیکھیں، سیٹسفائیڈ ہوں، مطمئن ہوں، اور ان کو زیادہ سے زیادہ فائدہ ہو۔ جو مشکلات میں ہیں، پھنسے ہوئے ہیں، جن کو ایسے عارضے لاحق ہیں جیسے پراسٹیٹ گلینڈ کا مسئلہ ہے، مثانے کا مسئلہ ہے، پتھری کا مسئلہ ہے، اس کے علاوہ کمزوری ہے، نکاہت ہے، آنکھوں کا مسئلہ ہے، آپریشن نہیں کروا سکتے کسی وجہ سے، تو وہ ضرور رابطہ کریں۔ انشاءاللہ ان کو ضرور فائدہ اللہ تعالیٰ دیں گے۔ تو اس کے ساتھ ہی مجھے اجازت دیں۔ اوکے جی، اللہ حافظ۔ السلام علیکم ورحمۃ اللہ وبرکاتہ۔